ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਾਕਮਾਲ ਧੁੱਪ ਨਿਕਲੀ ਆ। ਬੜੀ ਕਰਾਰੀ, ਬੜੀ ਤਿੱਖੀ, ਬੜੀ ਨਿੱਘੀ ਧੁੱਪ ਨਿਕਲੀ ਹੈ। ਸੋ ਧੁੱਪ ਦੇ ਵਿੱਚ ਲਗਾਤਾਰ ਬੈਠਿਆਂ ਥੋੜ੍ਹਾ ਜਿਹਾ ਸਰੀਰ ਦੇ ਉੱਤੇ ਕਿਣਮਣ ਜੀ ਵੀ ਹੁੰਦੀ ਸੀ, ਮੱਚਦਾ ਜੇ ਸੀ, ਜਿਹਦੇ ਕਰਕੇ ਲੋਕ ਛਾਂ ਦੇ ਵੱਲ ਵੀ ਭੱਜਦੇ ਸੀ। ਯਾਨੀ ਕਿ ਧੁੱਪ ਇੰਨੀ ਕਰਾਰੀ ਨਿਕਲੀ ਆ, ਬੜੀ ਸੋਹਣੀ ਲੱਗੀ ਆ। ਦਿਨ ਪੂਰਾ ਖਿੜਿਆ ਰਿਹਾ। ਸੂਰਜ ਦੀ ਟਿੱਕੀ ਸਵੇਰ ਤੋਂ ਲੈ ਕੇ ਆਥਣ ਤੱਕ ਸੋਹਣੇ ਰੂਪ ਦੇ ਵਿੱਚ ਰਹੀ ਹੈ। ਤੇ ਮੌਸਮ ਵਿਭਾਗ ਨੇ ਪਰ ਇਹ ਗੱਲ ਕਹੀ ਹੈ ਕਿ ਅੱਜ ਹੋ ਸਕਦਾ ਹੈ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਕਣੀਆਂ ਪੈਣ, ਸ਼ਾਇਦ ਕੁਝ ਥਾਵਾਂ ਤੇ ਬੱਦਲਵਾਈ ਵੀ ਹੋਵੇ। ਅਗਲੀ ਗੱਲ ਇਹ ਹੈ ਕਿ ਅਗਲੇ ਰੋਜ਼ਾਨਾ ਪੰਜਾਬ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਤਾ ਨਹੀਂ ਇਹ ਭਵਿੱਖਬਾਣੀ ਸਹੀ ਸਾਬਤ ਹੋਣੀ ਆ ਜਾਂ ਫਿਰ ਨਹੀਂ, ਪਰ ਕੱਲ੍ਹ ਵਰਗੀ ਸੋਹਣੀ ਧੁੱਪ ਜੇਕਰ 5-4 ਦਿਨ ਹੋਰ ਨਿਕਲ ਗਈ ਤਾਂ ਠੰਡ ਉੜੰਤਰ, ਠੰਡ ਖਤਮ ਹੋ ਜਾਣੀ ਆ, ਇਉਂ ਪ੍ਰਤੀਤ ਹੁੰਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਨਾਲ ਜੁੜੀ ਹੋਈ। ਹਰ ਰੋਜ਼ ਇਹੋ ਜਿਹਾ ਕੁਝ ਹੋ ਰਿਹਾ ਜਿਹਦੇ ਕਰਕੇ ਬੰਦਾ ਹੈਰਾਨ ਹੋ ਕੇ ਰਹਿ ਜਾਂਦਾ। ਹਰ ਰੋਜ਼ ਕੁਝ ਇਹੋ ਜਿਹਾ ਹੋ ਰਿਹਾ ਜਿਹਦੇ ਕਰਕੇ ਹਰ ਕੋਈ ਪਰੇਸ਼ਾਨ ਹੋ ਜਾਂਦਾ। ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਹੋ ਰਿਹਾ ਜਿਹੜਾ ਕਦੇ ਸੋਚਿਆ ਨਹੀਂ ਹੁੰਦਾ। ਇੱਕ ਪਾਸੇ ਚਰਨਜੀਤ ਸਿੰਘ ਚੰਨੀ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਵੋਟਰਾਂ ਨੂੰ ਇਹ ਗੱਲ ਕਹਿ ਰਹੇ ਵੀ ਭਾਈ ਸਾਡੇ ਪਾਰਟੀ ਦੇ ਇਸ ਉਮੀਦਵਾਰ ਨੂੰ ਜਿਤਾ ਦਿਓ, ਅਸੀਂ ਇਹਨੂੰ ਮੰਤਰੀ ਮੰਡਲ 'ਚ ਲੈ ਲੈਣਾ। ਲੋਕ ਤਾੜੀਆਂ ਮਾਰਦੇ ਆ, ਚੰਨੀ ਜ਼ਿੰਦਾਬਾਦ, ਚੰਨੀ ਜ਼ਿੰਦਾਬਾਦ, ਇਹ ਗੱਲ ਹੁੰਦੀ ਹੈ। ਪਰ ਚੰਨੀ ਸਾਹਿਬ ਦਾ ਇਹ ਪੱਤਾ ਕਿੰਨਾ ਕਾਮਯਾਬ ਹੋਊਗਾ ਇਹ ਸਮਾਂ ਦੱਸੂ। ਪਰ ਉਹਨਾਂ ਨੇ ਪੱਤੇ ਵੀ ਖੇਡੇ ਆ, ਯਾਨੀ ਕਿ ਇੱਕ ਸੱਥ ਦੇ ਵਿੱਚ ਬੈਠ ਕੇ ਬਜ਼ੁਰਗਾਂ ਨਾਲ ਤਾਸ਼ ਦੀ ਬਾਜ਼ੀ ਵੀ ਲਾਈ ਹੈ। ਨਾਜਰਾ ਲਾ ਸੀਪ ਦੀ ਬਾਜ਼ੀ, ਸੱਥਾਂ ਖਾਲੀ ਹੋ ਚੱਲੀਆਂ। ਸ਼ਾਇਦ ਉਹਨਾਂ ਨੇ ਇਸ ਗਾਣੇ ਦੀ ਸਾਰਥਕਤਾ ਨੂੰ ਸਮਝਿਆ, ਇਸ ਕਰਕੇ ਤਾਸ਼ ਵੀ ਖੇਡਦੇ ਆ। ਸ਼ਾਇਦ ਉਹ ਹੁਣੇ ਵੀ ਗੱਲ ਕਹਿਣ, ਕਿਆ ਗੱਲ ਕਰਦੇ ਹੋ, ਮੈਂ ਤਾਂ ਸੀਪ ਵੀ ਲਾ ਲੈਣਾ, ਕਿਆ ਗੱਲ ਕਰਦੇ ਹੋ, ਮੈਂ ਤਾਂ ਦਿਓਰ ਭਾਬੀ ਵੀ ਖੇਡ ਲੈਣਾ। ਉਹਨਾਂ ਨੇ ਆਪਦਾ ਮਨ ਪਰਚਾਇਆ। ਉਹਨਾਂ ਨੇ ਇਹ ਵੀ ਪਤਾ ਲੱਗਾ ਕ੍ਰਿਕਟ ਵੀ ਖੇਡੀ ਇੱਕ ਥਾਂ 'ਤੇ ਜਾ ਕੇ। ਸੋ ਉਹਨਾਂ ਨੇ ਮਨ ਦੀ ਮੌਜ ਆ। ਚਲੋ, ਹਰ ਬੰਦਾ ਆਪਦੇ ਸ਼ੌਕ ਪੂਰੇ ਕਰਦਾ, ਹਰ ਬੰਦੇ ਨੂੰ ਦੂਜੇ ਬੰਦੇ ਦੇ ਨਾਲ ਜੁੜਨ ਦਾ ਮੌਕਾ ਮਿਲਦਾ। ਚੰਨੀ ਸਾਹਿਬ ਇਸ ਤਰੀਕੇ ਨਾਲ ਖੇਡਾਂ ਖੇਡ ਕੇ ਕਿੱਥੋਂ ਕੁ ਤੱਕ ਬਾਜ਼ੀ ਮਾਰਨਗੇ ਜਾਂ ਕਿੰਨੀਆਂ ਕੁ ਸੀਟਾਂ ਕਾਂਗਰਸ ਦੇ ਪਾਲੇ ਦੇ ਵਿੱਚ ਲੈ ਕੇ ਆਉਣਗੇ, ਇਹ ਸਮਾਂ ਬਿਆਨ ਕਰੂਗਾ। ਪਰ ਉਹ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਡਿਪਟੀ ਸੀਐਮ ਆ, ਉਹਨਾਂ ਦੇ ਹਲਕੇ ਦੇ ਵਿੱਚ ਗਏ, ਕਹਿੰਦੇ ਵੀ ਰੰਧਾਵਾ ਸਾਹਿਬ ਨੂੰ ਇੱਕ ਕੀਮਤੀ ਵੋਟ ਪਾਓ, ਦੁਬਾਰਾ ਸਰਕਾਰ ਬਣਨ 'ਤੇ ਫਿਰ ਡਿਪਟੀ ਸੀਐਮ ਹੋਣਗੇ। ਰਮਨਜੀਤ ਸਿੰਘ ਸਿੱਕੀ ਦੇ ਹਲਕੇ ਦੇ ਵਿੱਚ ਗਏ, ਕਹਿੰਦੇ ਜੀ ਸਿੱਕੀ ਸਾਹਿਬ ਨੂੰ ਐਤਕੀ ਫੇਰ ਵੋਟਾਂ ਪਾਓ, 2 ਵਾਰ ਇਹ ਵਿਧਾਇਕ ਬਣੇ ਹੋਏ ਆ, ਤੀਜੀ ਵਾਰ ਬਣਾ ਦਿਓ, ਐਤਕੀ ਕੈਬਨਿਟ ਦੇ ਵਿੱਚ ਲੈ ਲਾਂਗੇ। ਇਸ ਤਰੀਕੇ ਦੇ ਨਾਲ ਉਹ ਚੱਲ ਰਹੇ। ਪਰ ਇਸ ਚੋਣ ਦੰਗਲ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨੇ 13 MP ਆ, ਜਿਹੜੇ 13 MP ਲੋਕ ਸਭਾ ਦਾ, ਰਾਜ ਸਭਾ ਦਾ ਸੈਸ਼ਨ ਚੱਲ ਰਿਹਾ, ਬਜਟ ਸੈਸ਼ਨ ਚੱਲ ਰਿਹਾ। ਇਹਦੇ ਵਿੱਚ ਕਿੰਨੇ ਕੁ ਪੰਜਾਬ ਦੇ ਮੈਂਬਰ ਪਾਰਲੀਮੈਂਟ ਗਏ ਆ ਉੱਥੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਚੁੱਕਣ ਦੇ ਲਈ? ਇਹ ਸਵਾਲ ਜ਼ਰੂਰ ਮਨ ਦੇ ਵਿੱਚ ਉੱਠਦਾ। ਕੀ ਗੱਲ ਹੋਈ ਪੰਜਾਬ ਦੇ ਵਿੱਚ ਚੋਣਾਂ ਤੇ ਅਸੀਂ ਸੈਸ਼ਨ ਦਾ ਹਿੱਸਾ ਵੀ ਨਹੀਂ ਬਣਨਾ? ਕੀ ਗੱਲ ਹੋਈ ਕਿ ਜੇਕਰ ਪੰਜਾਬ ਦੇ ਵਿੱਚ ਚੋਣਾਂ ਜੋੜ ਤੋੜ ਦੀ ਰਾਜਨੀਤੀ ਚੱਲਦੀ ਹੈ ਤਾਂ ਅਸੀਂ ਉੱਥੇ ਜਾ ਕੇ ਆਪਦੀ ਸਰਗਰਮੀ ਨਹੀਂ ਦਿਖਾਉਣੀ, ਪੰਜਾਬ ਦੇ ਮੁੱਦੇ ਨਹੀਂ ਚੁੱਕਣੇ? ਪਰ ਭਗਵੰਤ ਮਾਨ ਲੰਘੇ ਕੱਲ੍ਹ ਉੱਥੇ ਗਿਆ। ਭਗਵੰਤ ਮਾਨ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੀਐਮ ਕੈਂਡੀਡੇਟ ਹੈ, ਉਹਦੇ ਵੱਲੋਂ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬੀ ਦੇ ਵਿੱਚ ਬੋਲਿਆ ਗਿਆ। ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਚੁੱਕੀਆਂ ਗਈਆਂ, ਗੰਨੇ ਦੀ ਪੇਮੈਂਟ ਨਹੀਂ ਆਉਂਦੀ ਇਹਦੀ ਗੱਲ ਕੀਤੀ ਗਈ ਹੈ। ਕਿਸ ਤਰੀਕੇ ਦੇ ਨਾਲ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਇਹਦੀ ਗੱਲ ਕੀਤੀ ਗਈ ਹੈ। ਕਿਵੇਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਹਿ ਕੇ ਅੰਦੋਲਨ ਸਮਾਪਤ ਕਰਵਾਇਆ ਤੇ ਇਹ ਵੀ ਵਾਅਦਾ ਕੀਤਾ ਸੀ ਕਿ ਸਾਰੇ ਕਿਸਾਨਾਂ ਉੱਤੇ ਦਰਜ ਸਾਰੇ ਪਰਚੇ ਰੱਦ ਹੋ ਜਾਣਗੇ। ਇਹ ਹਾਲੇ ਤੱਕ ਰੱਦ ਨਹੀਂ ਹੋਏ। ਇੱਦਾਂ ਦੀਆਂ ਸਾਰੀਆਂ ਗੱਲਾਂ ਉਹਨਾਂ ਨੇ ਚੁੱਕੀਆਂ। ਇਹਨਾਂ ਗੱਲਾਂ ਦੇ ਕਰਕੇ ਜੋ ਭਾਸ਼ਣ ਦਿੱਤਾ ਉਹਨਾਂ ਨੇ ਅੰਦਰ ਪਾਰਲੀਮੈਂਟ ਦੇ ਵਿੱਚ, ਇਹਦੀ ਚਰਚਾ ਖਾਸੀ ਹੋ ਰਹੀ ਹੈ। ਇਹ ਬੜਾ ਸ਼ੇਅਰ ਹੋ ਰਿਹਾ, ਇਹ ਬੜਾ ਵਾਇਰਲ ਹੋ ਰਿਹਾ। ਮੇਰੀ ਬਾਕੀ ਵੀ ਮੈਂਬਰ ਪਾਰਲੀਮੈਂਟਾਂ ਨੂੰ ਬੇਨਤੀ ਹੈ ਕਿ ਪੰਜਾਬ ਦੀਆਂ ਚੋਣਾਂ ਵਿੱਚ ਜੋੜ ਤੋੜ ਕਰਨਾ ਚਲੋ ਆਪਣਾ ਸਾਰਿਆਂ ਦਾ ਕੰਮ ਆ। ਅਸੀਂ ਆਪਣੀ ਪਾਰਟੀ ਨੂੰ ਜਿਤਾਉਣ ਦੇ ਲਈ ਬੜੀਆਂ ਕੋਸ਼ਿਸ਼ਾਂ ਕਰਦੇ ਹਾਂ, ਪਰ ਜਦੋਂ ਤੁਸੀਂ ਚੁਣੇ ਹੋਏ ਆ ਤਾਂ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਇਕੱਲਾ ਸੌਣ ਵਾਸਤੇ ਨਹੀਂ, ਉੱਥੇ ਕੁਝ ਨਾ ਕੁਝ ਬੋਲ ਕੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੇ ਵਾਸਤੇ ਆਵਾਜ਼ ਵੀ ਚੁੱਕੀਏ। ਜਿਹੜੇ ਆਵਾਜ਼ ਚੁੱਕਦੇ ਆ ਉਹਨਾਂ ਦਾ ਧੰਨਵਾਦ, ਜਿਹੜੇ ਨਹੀਂ ਚੁੱਕਦੇ ਮਹਾਰਾਜ ਕਿਰਪਾ ਕਰਕੇ ਉੱਥੇ ਜਾਇਆ ਕਰੋ। ਤੁਹਾਡਾ ਫਰਜ਼ ਬਣਦਾ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ। ਪੰਜਾਬ ਦੇ ਮਸਲੇ ਬੁਰਜ ਖਲੀਫਾ ਜਿਹੜੇ ਹੋਏ ਪਏ ਆ। ਪੰਜਾਬ ਦੇ ਮਸਲੇ ਇੱਕ ਨਹੀਂ, ਅਣਗਿਣਤ ਆ। ਪਰ ਆਪ ਜੀ ਕਿੰਨੇ ਕੁ ਮਸਲਿਆਂ ਦੇ ਬਾਰੇ ਬੋਲਦੇ ਹੋ? ਜਾਣਦੇ ਸਾਰੇ ਸਾਰਾ ਕੁਝ ਹੀ ਹੈ। ਪਰ ਪਹਿਲਾਂ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਤਕਰੀਰ ਦਾ ਵੇਰਵਾ, ਰੱਖੀਆਂ ਗਈਆਂ ਮੰਗਾਂ ਦਾ ਵੇਰਵਾ, ਤੇ ਫਿਰ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸ਼ੂਗਰ ਐਕਟ 1966 ਤਹਿਤ ਗੰਨਾ ਕਾਸ਼ਤਕਾਰਾਂ ਨੂੰ 14 ਦਿਨ ਦੇ ਅੰਦਰ ਅੰਦਰ ਖੰਡ ਮਿੱਲ ਨੂੰ ਅਦਾਇਗੀ ਕਰਨੀ ਪੈਂਦੀ ਹੈ ਤੇ ਜੇਕਰ ਉਹ ਇਹੋ ਜਿਹਾ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਵਿਆਜ ਦੇਣਾ ਪੈਂਦਾ। ਪਰ ਉਹਨਾਂ ਨੇ ਕਿਹਾ ਕਿ 2020-21 ਤੱਕ ਸਰਕਾਰੀ ਰੇਟ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਸੀ। ਇਸ ਦੇ ਲਈ ਮਿੱਲ 325 ਰੁਪਏ ਦਿੰਦੀ ਹੈ, 35 ਰੁਪਏ ਸਰਕਾਰ ਨੇ ਦੇਣੇ ਨੇ।
ਪਿਛਲੇ ਸਾਲ 1 ਕਰੋੜ 25 ਲੱਖ 20 ਹਜ਼ਾਰ ਰੁਪਏ ਦੀ ਅਦਾਇਗੀ ਬਕਾਇਆ ਪਈ ਹੈ। ਕਿਸਾਨਾਂ ਨੂੰ ਉਹ ਕਿਉਂ ਨਹੀਂ ਦਿੱਤੀ ਜਾ ਰਹੀ? ਉਹਨਾਂ ਇਹ ਵੀ ਗੱਲ ਕਹੀ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਮਰ ਚੁੱਕੇ ਨੇ, ਇਹਦੇ ਉੱਤੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਉਹਨਾਂ ਦੇ ਪਰਿਵਾਰਕ ਜੀ ਚੰਗੇ ਤਰੀਕੇ ਨਾਲ ਰੋਟੀ ਖਾ ਸਕਦੇ ਨੇ। ਦੱਸਣਾ ਬਣਦਾ ਕਿ ਸੰਸਦ ਦੇ ਬਜਟ ਸੈਸ਼ਨ ਦਾ ਲੰਘੇ ਕੱਲ੍ਹ 8ਵਾਂ ਦਿਨ ਸੀ। ਰਾਜ ਸਭਾ ਦੇ ਵਿੱਚ ਆਮ ਬਜਟ 'ਤੇ ਚਰਚਾ ਦੂਜੇ ਦਿਨ ਵੀ ਜਾਰੀ ਰਹੇਗੀ। ਕਾਂਗਰਸ ਦੇ ਪੀ ਚਿਦੰਬਰਮ ਨੇ 8 ਫਰਵਰੀ ਨੂੰ ਇਹ ਚਰਚਾ ਸ਼ੁਰੂ ਕੀਤੀ ਸੀ। ਸਿੱਖਿਆ, ਔਰਤਾਂ, ਬੱਚਿਆਂ, ਨੌਜਵਾਨ ਪ੍ਰੋਗਰਾਮਾਂ, ਖੇਡਾਂ ਬਾਰੇ ਸਥਾਈ ਕਮੇਟੀ ਦੀਆਂ ਰਿਪੋਰਟਾਂ ਰਾਜ ਸਭਾ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰਾਜ ਸਭਾ ਦੇ ਮੇਜ਼ ਦੇ ਉੱਤੇ ਰੱਖੇ ਗਏ ਕਾਗਜ਼ਾਂ ਬਾਰੇ ਕਮੇਟੀ ਦੀ 166ਵੀਂ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਪ੍ਰਸ਼ਨ ਕਾਲ ਦੌਰਾਨ ਰਾਜ ਸਭਾ ਦੇ ਵਿੱਚ ਜਨਹਿਤ ਨਾਲ ਜੁੜੇ ਕਈ ਅਹਿਮ ਸਵਾਲ ਪੁੱਛੇ ਜਾਣਗੇ। ਲੋਕ ਸਭਾ ਵਿੱਚ ਆਮ ਬਜਟ ਤੇ ਤੀਜੇ ਦਿਨ ਵੀ ਚਰਚਾ ਜਾਰੀ ਰਹੇਗੀ। ਇਸ ਚਰਚਾ ਦੀ ਸ਼ੁਰੂਆਤ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ 7 ਫਰਵਰੀ ਨੂੰ ਕੀਤੀ ਸੀ। 10 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਚਰਚਾ ਦਾ ਉੱਤਰ ਦੇਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਗਵੰਤ ਮਾਨ ਦਾ ਧੰਨਵਾਦ, ਇਸ ਕਰਕੇ ਨਹੀਂ ਕਿ ਉਹ ਆਮ ਆਦਮੀ ਪਾਰਟੀ ਦਾ ਸੀਐਮ ਕੈਂਡੀਡੇਟ ਬਣਿਆ, ਉਹ ਧੂਰੀ ਤੋਂ ਮੈਂਬਰ ਪਾਰਲੀਮੈਂਟ ਹੈ। ਜੇਕਰ ਭਗਵੰਤ ਮਾਨ ਦੀ ਥਾਂ ਦੇ ਉੱਤੇ ਮੁਹੰਮਦ ਸਦੀਕ ਸਾਹਿਬ ਨੇ ਜਾ ਕੇ ਇਸ ਮੌਕੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਕਿਸਾਨੀ ਦਾ ਮੁੱਦਾ ਜਾਂ ਗੰਨੇ ਦੇ ਕਾਸ਼ਤਕਾਰਾਂ ਦਾ ਮੁੱਦਾ ਚੁੱਕਿਆ ਹੁੰਦਾ, ਜਾਂ ਜਿਹੜੇ ਕਿਸਾਨ ਦਮ ਤੋੜ ਗਏ ਬਾਰਡਰਾਂ ਦੇ ਉੱਤੇ ਬੈਠੇ ਉਹਨਾਂ ਦੇ ਵਿਚਾਰੇ ਪਰਿਵਾਰਕ ਜੀਆਂ ਦੀ ਸਾਰ ਲੈਣ ਦੀ ਗੱਲ ਕੀਤੀ ਹੁੰਦੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ। ਜੇਕਰ ਡਿੰਪਾ ਸਾਹਿਬ ਜਾ ਕੇ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਇਹੀ ਗੱਲ ਕਹਿੰਦੇ ਧੰਨਵਾਦ, ਅਸੀਂ ਉਹਨਾਂ ਦਾ ਵੀ ਕਰਦੇ। ਜੇਕਰ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਭਾਵੇਂ ਕਿਸੇ ਵੀ ਪਾਰਟੀ ਦੇ ਕਿਉਂ ਨਹੀਂ ਹੋਣ, ਉਹ ਇਹ ਗੱਲ ਕਰਦੇ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਕੀ ਪੰਜਾਬ ਦੇ ਮੁੱਦੇ ਮੁੱਕ ਗਏ ਜੇਕਰ ਪੰਜਾਬ ਦੇ ਵਿੱਚ ਚੋਣਾਂ ਆ ਗਈਆਂ? ਕੀ ਪੰਜਾਬ ਦੇ ਮੁੱਦੇ ਸਾਰੇ ਹੱਲ ਹੋ ਗਏ? ਅਸੀਂ ਕੇਂਦਰ ਦੇ ਕੋਲੋਂ ਕੋਈ ਮੰਗ ਨਹੀਂ ਮਨਵਾਉਣੀ? ਕੀ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਪੌਂ 12 ਕਰਤੀਆਂ ਵੀ ਹੁਣ ਜਦੋਂ ਪੈਸੇ ਬਹੁਤ ਆ ਗਏ ਮੁੱਦਾ ਹੀ ਕੋਈ ਨਹੀਂ ਗਾ, ਸਾਰੇ ਖੁਸ਼ਹਾਲ ਹੋ ਗਏ ਆ, ਅਸੀਂ ਕਿਹੜੀ ਗੱਲੋਂ ਚਰਚਾ ਉੱਥੇ ਛੇੜਨੀ ਆ? ਇਸ ਵੇਲੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦੀ ਜ਼ਰੂਰਤ ਹੈ। ਕੱਲੀ ਕੱਲੀ ਵੋਟ ਲੈ ਕੇ ਜਨਾਬ ਜੀ ਆਪ ਉੱਥੇ ਬੈਠੇ ਹੋ, ਆਪ ਉੱਥੇ ਤੱਕ ਪਹੁੰਚੇ ਹੋ, ਤੇ ਜੇਕਰ ਇਸ ਵੇਲੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਸ ਕਦਰ ਲੀਨ ਹੋ ਗਏ ਵੀ ਪੰਜਾਬ ਦੇ ਅਸਲ ਮੁੱਦਿਆਂ ਨੂੰ ਦਰਕਿਨਾਰ ਕਰਕੇ ਆਪ ਜੀ ਦੀ ਗੱਡੀ ਆ ਜਿਹੜੀ ਉਹ ਦਿੱਲੀ ਦੇ ਵੱਲ ਨਾ ਮੁੜੀ, ਪਾਰਲੀਮੈਂਟ ਦੇ ਵੱਲ ਨਾ ਗਈ, ਉੱਥੇ ਬਹਿ ਕੇ ਨਾ ਬੋਲੇ, ਤਾਂ ਫਿਰ ਲੋਕਾਂ ਨੇ ਮਨ ਦੇ ਉੱਤੇ ਸੱਟ ਵੱਜਣੀ ਆ। ਦੁੱਖ ਇਸ ਗੱਲ ਦਾ ਹੁੰਦਾ ਵੀ ਜਦੋਂ ਤੱਕ ਚੁਣੇ ਜਾਣਾ ਹੁੰਦਾ, ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਕਹਿੰਦੇ ਵੀ ਇੱਕ ਵਾਰੀ ਕੀਮਤੀ ਵੋਟਾਂ ਪਾ ਕੇ ਜਿਤਾ ਦਿਓ, ਅਸੀਂ ਹਲਕੇ ਦੇ ਮੁੱਦੇ ਹਰ ਵਾਰ ਚੁੱਕਾਂਗੇ। ਤੇ ਜਦੋਂ ਮੌਕਾ ਉਹਦਾ ਉੱਥੇ ਸੌਂ ਜਾਂਦੇ ਆ, ਉੱਥੇ ਵਿਹਲੇ ਬੈਠ ਕੇ ਕਈ ਸੰਸਦ ਮੈਂਬਰ ਵਾਪਸ ਆ ਜਾਂਦੇ ਆ, ਕੰਟੀਨ ਦੇ ਵਿੱਚ ਚਾਹ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਵਾਪਸ ਮੁੜ ਆਉਂਦੇ ਆ, ਪੈਸੇ ਮਿਲਦੇ ਆ ਮੋਟੇ, ਅੱਖ ਲੱਗਦੀ ਉੱਥੇ ਪੈਂਦੇ ਸੱਟੇ, ਠੰਡਾ ਉੱਥੇ ਮਾਹੌਲ ਹੁੰਦਾ, ਮੌਸਮ ਹੁੰਦਾ। ਸੋ ਇਸ ਕਰਕੇ ਦੁੱਖ ਹੁੰਦਾ ਗੱਲਾਂ ਦੇ ਉੱਤੇ ਵੀ ਜਿਹੜੇ ਤਾਂ ਲੋਕ ਕਤਾਰਾਂ ਦੇ ਵਿੱਚ ਲੱਗ ਕੇ ਖੜ੍ਹਦੇ ਉਹਨਾਂ ਦੀ ਆਸ ਦੇ ਉੱਤੇ ਖਰੇ ਨਹੀਂ ਉਤਰਦੇ। ਪਰ ਭਗਵੰਤ ਮਾਨ ਨੇ ਜਿਹੜਾ ਗੰਨਾ ਕਾਸ਼ਤਕਾਰਾਂ ਵਾਲਾ ਮੁੱਦਾ ਚੁੱਕਿਆ, ਇਹਦਾ ਅਸੀਂ ਧੰਨਵਾਦ ਕਰਦੇ ਹਾਂ। ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਗੰਨਾ ਉਤਪਾਦਕ ਆ ਜਿਹੜੇ ਕਿ ਵਿਚਾਰੇ ਖੱਜਲ ਖੁਆਰ ਹੋ ਰਹੇ ਆ, ਜਿਨ੍ਹਾਂ ਦੀ ਹਾਲੇ ਤੱਕ ਕਿਸੇ ਨੇ ਬਾਹ ਨਹੀਂ ਫੜੀ। ਇਸ ਤਰੀਕੇ ਦੇ ਨਾਲ ਉੱਥੇ ਮੁੱਦਾ ਚੁੱਕਣ ਦੇ ਨਾਲ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਚਰਚਾ ਛਿੜੀ ਹੈ, ਖਾਸ ਕਰਕੇ ਕਿਸਾਨ ਭਾਈਚਾਰੇ ਦੇ ਵਿੱਚ, ਇਹਨੇ ਪੰਜਾਬ ਦੇ ਵਿੱਚ ਵੀ ਵੋਟਾਂ ਦੇ ਵਿੱਚ ਫਰਕ ਪਾਉਣਾ, ਮੈਨੂੰ ਇਸ ਗੱਲ ਦੀ ਆਸ ਹੈ। ਮੈਨੂੰ ਨਹੀਂ ਪਤਾ ਵੀ ਭਾਈ ਕਿਹੜੀ ਪਾਰਟੀ ਨੇ ਜਿੱਤਣਾ, ਮੈਂ ਕਿਸੇ ਪਾਰਟੀ ਦੇ ਬੁਲਾਰੇ ਦੇ ਤੌਰ 'ਤੇ ਨਹੀਂ ਵਿਚਰਦਾ, ਪਰ ਜਦੋਂ ਪਤਾ ਵੀ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਬੰਦਾ ਬੋਲਦਾ, ਉਹ ਵਿਚਾਲੇ ਕੰਮ ਛੱਡ ਕੇ ਇੱਥੇ ਪ੍ਰਚਾਰ ਛੱਡ ਕੇ ਦਿੱਲੀ ਦੇ ਵਿੱਚ ਭੱਜ ਕੇ ਜਾਂਦਾ ਆਪਦਾ ਪ੍ਰਚਾਰ ਕਰਨ ਦੇ ਲਈ, ਆਪਦਾ ਮੁੱਦਾ ਰੱਖਣ ਦੇ ਲਈ, ਤਾਂ ਫਿਰ ਉਹਦੀ ਚਰਚਾ ਪੰਜਾਬ ਦੇ ਵਿੱਚ ਕਿਉਂ ਨਾ ਛਿੜੂ ਜਦੋਂ ਵੀਡੀਓ ਦੇ ਰੂਪ ਦੇ ਵਿੱਚ ਆ ਗਈ। ਇਹ ਵੀਡੀਓ ਆ ਜਿਹੜੀ ਪਾਰਲੀਮੈਂਟ ਦੇ ਵਿੱਚ ਬੋਲਣ ਵਾਲੀ, ਇਹ ਬੜੇ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਹੈ, ਅਤੇ ਜੇਕਰ ਕੋਈ ਹੋਰ ਵੀ ਬੋਲੇ ਅਗਲੇ ਦਿਨਾਂ ਦੇ ਵਿੱਚ, ਉਹ ਵੀ ਇਵੇਂ ਹੀ ਵਾਇਰਲ ਹੋਣੀ ਚਾਹੀਦੀ ਹੈ। ਤਰਕ ਦੇ ਨਾਲ ਪੰਜਾਬ ਦੇ ਮੁੱਦੇ ਰੱਖ ਕੇ ਉਹਨਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਗੱਲ ਹੋਰ ਦੱਸਣੀ ਬਣਦੀ ਹੈ, ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨੇ ਲਖੀਮਪੁਰ ਖੀਰੀ ਕਾਂਡ ਦੇ ਮੁਤਲਕ ਜਾਣਕਾਰੀ ਦਿੱਤੀ ਹੈ। ਪੱਤਰਕਾਰਾਂ ਨੂੰ ਉਹਨਾਂ ਨੇ ਕਦੇ ਸੰਬੋਧਨ ਨਹੀਂ ਕੀਤਾ, ਪਰ ਮਨ ਦਾ ਬਲਬਲਾ ਉਹਨਾਂ ਨੇ ਰੱਖਿਆ, ਕਿਉਂਕਿ ਲਖੀਮਪੁਰ ਖੀਰੀ ਕਾਂਡ ਇਸ ਵੇਲੇ ਬੜਾ ਵੱਡਾ ਮੁੱਦਾ ਬਣਿਆ। ਯੂਪੀ ਦੀਆਂ ਚੋਣਾਂ ਦੇ ਵਿੱਚ ਵੀ ਰਾਕੇਸ਼ ਟਕੈਤ ਤੇ ਬਾਕੀ ਕਿਸਾਨ ਆਗੂ ਲਗਾਤਾਰ ਇਸ ਮੁੱਦੇ ਨੂੰ ਚੁੱਕ ਰਹੇ ਵੀ ਭਾਈ ਮਸਲੇ ਦਾ ਹੱਲ ਕਿੱਥੇ ਆ? ਕੇਂਦਰੀ ਗ੍ਰਹਿ ਰਾਜ ਮੰਤਰੀ ਤੋਂ ਅਸਤੀਫਾ ਕਿਉਂ ਨਹੀਂ ਲਿਆ ਜਾਂਦਾ? ਇਸ ਮਾਮਲੇ ਤੇ ਸਰਕਾਰ ਢਿੱਲ ਮੱਠ ਦੀ ਕਾਰਵਾਈ ਕਿਉਂ ਕਰਦੀ ਹੈ? ਮੋਦੀ ਸਾਹਿਬ ਕਹਿੰਦੇ ਵੀ ਸੁਪਰੀਮ ਕੋਰਟ ਨੇ ਜੋ ਕਿਹਾ ਅਸੀਂ ਉਹ ਕੀਤਾ। ਸੁਪਰੀਮ ਕੋਰਟ ਨੇ ਕਿਹਾ ਜੀ ਕਿ ਆਹ ਕਮੇਟੀ ਬਣਾਉਣੀ ਆ, ਅਸੀਂ ਆਖਿਆ ਠੀਕ ਆ ਜੀ, ਬਿਲਕੁਲ ਸਹਿਮਤ ਆ। ਸੁਪਰੀਮ ਕੋਰਟ ਨੇ ਕਿਹਾ ਇਸ ਜੱਜ ਦੇ ਕੋਲੋਂ ਪੜਤਾਲ ਕਰਵਾਉਣੀ, ਅਸੀਂ ਆਖਿਆ ਠੀਕ ਆ ਜੀ, ਬਿਲਕੁਲ ਸਹਿਮਤ ਆ। ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਕੱਲੇ ਕੱਲੇ ਆਦੇਸ਼ ਨੂੰ ਸਾਡੀ ਸਰਕਾਰ ਦੇ ਵੱਲੋਂ, ਯਾਨੀ ਕਿ ਯੂਪੀ ਦੀ ਸਰਕਾਰ ਦੇ ਵੱਲੋਂ ਮੰਨਿਆ ਜਾ ਰਿਹਾ, ਅਤੇ ਮਤਲਬ ਇਹ ਹੈ ਕਿ ਅਸੀਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੇ ਹਾਂ। ਮਤਲਬ ਇਹ ਵੀ ਸਾਡੇ ਵਿੱਚ ਖੋਟ ਕੋਈ ਨਹੀਂ। ਇੱਕ ਹੋਰ ਜਾਣਕਾਰੀ ਦੇ ਦਈਏ, ਹਾਲੇ ਤੱਕ ਇਸ ਮਸਲੇ ਦੇ ਉੱਤੇ ਕੁਝ ਵੀ ਨਹੀਂ ਹੋਇਆ। ਨਾ MSP ਦੇ ਉੱਤੇ ਕਮੇਟੀ ਬਣੀ ਆ, ਨਾ ਹੀ ਮੁਆਵਜ਼ੇ ਪ੍ਰੋਪਰ ਮਿਲੇ ਆ, ਨਾ ਹੀ ਸਾਰੇ ਕਿਸਾਨਾਂ ਉੱਤੇ ਦਰਜ ਪਰਚੇ ਰੱਦ ਹੋਏ ਆ। ਅਤੇ ਪਿਛਲੇ ਦਿਨੀ ਇਸ ਨੁਕਤੇ ਨੂੰ ਆਪ ਹੀ ਨਰਿੰਦਰ ਸਿੰਘ ਤੋਮਰ ਨੇ ਚੁੱਕਿਆ।
ਉਹ ਕਹਿੰਦੇ ਚੋਣ ਕਮਿਸ਼ਨ ਦੇ ਆਦੇਸ਼ਾਂ ਤੋਂ ਬਾਅਦ, ਯਾਨੀ ਕਿ ਚੋਣਾਂ ਹੋਣ ਤੋਂ ਬਾਅਦ ਅਸੀਂ ਬਹੁਤ ਜਲਦ ਜਿਹੜੀ MSP ਦੇ ਉੱਤੇ ਕਮੇਟੀ ਬਣਾਵਾਂਗੇ। ਜ਼ਰਾ ਸੋਚ ਕੇ ਦੇਖੋ, ਜਦੋਂ ਕਿਸਾਨ ਅੰਦੋਲਨ ਸਮਾਪਤ ਕਰਵਾਉਣਾ ਸੀ ਉਦੋਂ ਕਿਹੜੀ ਕਿਹੜੀ ਗੱਲ ਹੋਈ ਸੀ ਵੀ ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਆਪਣੇ ਟਰੈਕਟਰ ਟਰਾਲੀਆਂ ਲੈ ਕੇ ਘਰਾਂ ਨੂੰ ਜਾਓ। ਪ੍ਰਸਤਾਵ ਵੀ ਲਿਖਤੀ ਤੌਰ ਤੇ ਦਿੱਤਾ, ਪਰ ਹਾਲੇ ਤੱਕ ਮਸਲੇ ਦਾ ਹੱਲ ਕੋਈ ਹੋਇਆ ਨਹੀਂ। ਮਸਲੇ ਊਠ ਦੇ ਬੁੱਲ ਵਾਂਗੂ ਉਵੇਂ ਹੀ ਲਟਕੀ ਜਾਂਦੇ ਆ। ਪੰਜਾਬ ਦੇ ਕਿਸਾਨਾਂ ਦਾ ਇੱਕ ਹਿੱਸਾ ਚੋਣਾਂ ਦੇ ਵਿੱਚ ਮਸਰੂਫ ਆ ਤੇ ਸਰਕਾਰ ਕੇਂਦਰ ਦੀ ਕਹਿੰਦੀ ਵੀ ਕੋਈ ਗੱਲ ਨਹੀਂ, ਪਹਿਲਾਂ ਦੇਖ ਲਈਏ ਵੀ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈ। ਗੁਰਮੀਤ ਰਾਮ ਰਹੀਮ ਦੇ ਮੁਤਲਕ ਹਰ ਰੋਜ਼ ਕਈ ਕਿਸਮ ਦੀਆਂ ਖਬਰਾਂ ਆ ਰਹੀਆਂ। ਗੁਰੂ ਗ੍ਰਾਮ ਦੇ ਆਸ਼ਰਮ ਦੇ ਵਿੱਚ ਇਸ ਵੇਲੇ ਗੁਰਮੀਤ ਰਾਮ ਰਹੀਮ ਆਸ਼ਰਮ ਦੀ ਤੀਜੀ ਮੰਜ਼ਿਲ ਦੇ ਉੱਤੇ ਉਹਨਾਂ ਦਾ ਇਸ ਵੇਲੇ ਰਹਿਣ ਬਸੇਰਾ ਬਣਾਇਆ ਹੋਇਆ, ਟਿਕਾਣਾ ਬਣਾਇਆ ਹੋਇਆ। ਟੱਬਰ ਦੇ ਜੀ ਪਹਿਲੀ ਮੰਜ਼ਿਲ ਦੇ ਉੱਤੇ ਆ, ਦੂਜੀ ਮੰਜ਼ਿਲ ਦੇ ਉੱਤੇ ਕਹਿੰਦੇ ਆ ਵੀ ਪੁਲਿਸ ਕਰਮਚਾਰੀ ਆ। ਰਿਪੋਰਟ ਵਿੱਚੋਂ ਨਿਕਲ ਕੇ ਇਹ ਆਈ ਹੈ ਕਿ ਪਰਿਵਾਰ ਦੇ ਜੀਆਂ ਨੂੰ 4 ਦਿਨ ਦੇ ਵਿੱਚ ਸਿਰਫ ਤੇ ਸਿਰਫ ਗੁਰਮੀਤ ਰਾਮ ਰਹੀਮ 2 ਵਾਰੀ ਮਿਲੇ ਆ। ਪਤਾ ਲੱਗਾ ਵੀ ਹਨੀਪ੍ਰੀਤ ਹੋਰਾਂ ਦੇ ਵੱਲੋਂ ਵੀ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਕਰਕੇ ਉਹ ਆਸ਼ਰਮ ਦੇ ਵਿੱਚੋਂ ਚਲੇ ਗਏ ਆ। ਹੁਣ ਗੁਰਮੀਤ ਰਾਮ ਰਹੀਮ ਹੋਰੀ ਕੀ ਸੋਚਦੇ ਹੋਣਗੇ? ਕੀ ਗੁਰਮੀਤ ਰਾਮ ਹੋਰਾਂ ਦਾ ਇਸ਼ਾਰਾ ਜਿਹੜਾ ਉਹ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਕਿਸੇ ਵਿਸ਼ੇਸ਼ ਪਾਰਟੀ ਵੱਲ ਹੋਊਗਾ? ਇਹਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸੱਟਾ ਬਾਜ਼ਾਰ ਵੀ ਸਰਗਰਮ ਹੋ ਗਿਆ ਕਿ ਇਹਦੇ ਨਾਲ BJP ਨੂੰ ਬਹੁਤ ਵੱਡਾ ਫਾਇਦਾ ਹੋਊਗਾ। ਕੋਈ ਕਹਿੰਦਾ ਨਹੀਂ, ਇੱਦਾਂ ਨਹੀਂ ਫਾਇਦਾ ਹੋਣ ਵਾਲਾ। ਕਿਸੇ ਦਾ ਇਹ ਕਹਿਣਾ ਵੀ ਭਾਈ ਡੇਰਾ ਪ੍ਰੇਮੀਆਂ ਦੀ ਵੋਟ ਵੀ ਵੰਡੀ ਹੋਈ ਹੈ। ਕਿਸੇ ਦਾ ਇਹ ਕਹਿਣਾ ਕਿ ਬਿਲਕੁਲ ਨੰਗੇ ਚਿੱਟੇ ਤੌਰ ਦੇ ਉੱਤੇ ਡੇਰਾ ਪ੍ਰੇਮੀਆਂ ਨੂੰ ਹੁਕਮ ਕੀਤਾ ਜਾਂਦਾ ਪਹਿਲਾਂ ਵੀ ਉਹਨੂੰ ਵੋਟ ਪਾਉਣੀ ਆ, ਉਹਨੂੰ ਨਹੀਂ। ਕਿਸੇ ਦਾ ਇਹ ਕਹਿਣਾ ਕਿ ਨਹੀਂ, ਡੇਰਾ ਰਾਜਨੀਤਿਕ ਵਿੰਗ ਜ਼ਰੂਰ ਬਣਾ ਕੇ ਬੈਠਾ, ਪਰ ਕਿਹਦੇ ਹੱਕ 'ਚ ਵੋਟ ਪਾਉਣੀ ਆ, ਕਿਹਦੇ ਹੱਕ ਦੇ ਵਿੱਚ ਨਹੀਂ, ਇੱਦਾਂ ਦੀ ਚਰਚਾ ਬਾਰੇ ਕੋਈ ਜਾਣਕਾਰੀ ਅਥੈਂਟਿਕ ਤੌਰ ਦੇ ਉੱਤੇ ਤੱਥਾਂ ਦੇ ਆਧਾਰਿਤ ਨਹੀਂ। ਲੋਕਾਂ ਦੇ ਵੱਖੋ ਵੱਖਰੇ ਵਿਚਾਰ ਆ, ਪਰ ਇਹ ਗੱਲ ਸੱਚੀ ਆ ਕਿ ਡੇਰਾ ਸਰਗਰਮ ਸਿਆਸਤ ਦੇ ਵਿੱਚ ਸਮੇਂ ਦੇ ਉੱਤੇ ਵਿਚਰਦਾ ਰਿਹਾ ਤੇ ਐਤਕੀ ਸ਼ਾਇਦ ਵਿਚਰੇ। ਅਗਲੀ ਗੱਲ ਇਹ ਆ ਕਿ ਇਸ ਮਸਲੇ ਦੇ ਉੱਤੇ ਕੋਈ ਵੀ ਸਿਆਸੀ ਆਗੂ ਬੋਲ ਕੇ ਰਾਜ਼ੀ ਨਹੀਂ। ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਪੱਤਰਕਾਰ ਕਿਸੇ ਆਗੂ ਦੇ ਮੂਹਰੇ ਮਾਈਕ ਕਰ ਦੇਵੇ ਤੇ ਇਹ ਗੱਲ ਕਵੇ ਜੀ ਕਿ ਕੀ ਗੁਰਮੀਤ ਰਾਮ ਰਹੀਮ ਨੂੰ ਇਸ ਵਕਤ ਫਰਲੋ ਮਿਲਣੀ 21 ਦਿਨ ਦੇ ਲਈ ਚੋਣਾਂ ਦੇ ਮੌਕੇ, ਇਹ ਵਾਜਬ ਗੱਲ ਹੈ? ਤੁਸੀਂ ਮੰਨਦੇ ਹੋ ਜੀ ਕਿ ਇਹਦੇ ਪਿੱਛੇ ਕੁਛ ਧਾਰਨਾ ਹੈਗੀ ਹੈ, BJP ਦਾ ਕੋਈ ਪਲਾਨ ਹੈਗਾ? ਉਹ ਬੰਦਾ ਕਹਿੰਦਾ ਜੀ ਮੈਂ ਕੁਛ ਨਹੀਂ ਕਹਿਣਾ, ਨੋ ਕਮੈਂਟ ਜੀ, ਨੋ ਕਮੈਂਟ, ਮੈਂ ਇਸ ਵਿਸ਼ੇ 'ਤੇ ਕੁਝ ਨਹੀਂ ਬੋਲਣਾ, ਕੋਈ ਹੋਰ ਸਵਾਲ ਕਰ ਲਓ। ਉਹਦਾ ਕਾਰਨ ਇਹ ਹੈ ਵੀ ਜੇਕਰ ਉੱਤਰ ਦੇਤਾ ਵੀ ਭਾਈ BJP ਨੇ ਗਲਤ ਕੀਤਾ, ਜੇ ਇਹ ਕਹਿਤਾ ਵੀ ਭਾਈ ਇਸ ਮੌਕੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਫਰਲੋ ਮਿਲਣੀ ਨਹੀਂ ਸੀ ਚਾਹੀਦੀ, ਤਾਂ ਇਹਦੇ ਅਰਥ ਗਲਤ ਜਾਣਗੇ। ਹੋ ਸਕਦਾ ਜਿਹੜੀ ਡੇਰਾ ਪ੍ਰੇਮੀਆਂ ਦੀ ਵੋਟ ਪੈਣੀ ਆ ਉਹ ਵੀ ਨਾਰਾਜ਼ ਹੋ ਕੇ ਨਾ ਵੋਟ ਪਾਉਣ। ਇਸ ਕਰਕੇ ਨੋ ਕਮੈਂਟ ਦੇ ਵਿੱਚ ਹੀ ਸਾਰ ਦਿੱਤਾ ਜਾਂਦਾ। ਕੋਈ ਖੁੱਲ੍ਹ ਕੇ ਨਹੀਂ ਬੋਲਦਾ ਵੀ ਭਾਈ ਇਹ ਕੰਮ ਗਲਤ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਸੁਖਬੀਰ ਸਿੰਘ ਬਾਦਲ ਖੁੱਲ੍ਹ ਕੇ ਇਸ ਵਿਸ਼ੇ 'ਤੇ ਬੋਲੇ ਆ। ਉਹਨਾਂ ਨੇ ਕਿਹਾ ਜੀ ਕਿ BJP ਦੇ ਵੱਲੋਂ ਇਹ ਗਲਤ ਕੰਮ ਕੀਤਾ ਗਿਆ, BJP ਨੇ ਇੱਕ ਚਾਲ ਚੱਲੀ ਹੈ, BJP ਦੇ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪ੍ਰੇਮੀਆਂ ਦੀ ਵੋਟ ਦੀ ਖਾਤਰ ਇਹ ਸਾਰਾ ਕੁਝ ਕੀਤਾ ਗਿਆ। ਕੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਕਹਿਣ ਤੋਂ ਬਾਅਦ ਡੇਰਾ ਪ੍ਰੇਮੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੋਟਾਂ ਪਾਉਣਗੇ ਮਾਲਵਾ ਖੇਤਰ ਦੇ ਵਿੱਚ? ਜਾਂ ਕੀ ਸੁਖਬੀਰ ਸਿੰਘ ਬਾਦਲ ਹੋਰੀ ਇਹ ਸੋਚਦੇ ਆ ਕਿ ਸਾਨੂੰ ਇਹਨਾਂ ਵੋਟਰਾਂ ਦੀ ਜ਼ਰੂਰਤ ਹੀ ਨਹੀਂ? ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਆ ਇਹ ਮਨ ਦੇ ਵਲਵਲੇ ਸੱਚੇ ਤੌਰ ਦੇ ਉੱਤੇ ਆ? ਜਾਂ ਫਿਰ ਇਹ ਗੱਲ ਇਸ ਕਰਕੇ ਕਹੀ ਗਈ ਆ ਕਿਉਂਕਿ ਪਿਛਲੇ ਦਿਨੀ ਇੱਕ ਅਕਾਲੀ ਦਲ ਦੇ ਤੇ ਉਮੀਦਵਾਰ ਨੇ ਗੱਲ ਕਹੀ ਸੀ ਕਿ ਮੈਂ ਵੀ ਡੇਰੇ ਦੇ ਵਿੱਚ ਜਾਣਾ ਤੇ ਸੰਤ ਜੀ ਨੇ ਬਹੁਤ ਚੰਗੇ ਕੰਮ ਕੀਤੇ ਆ। ਇਸ ਗੱਲ ਦੀ ਚਰਚਾ ਬੜੀ ਛਿੜੀ ਸੀ ਤੇ ਬਾਅਦ ਦੇ ਵਿੱਚ ਉਹਦੀ ਟਿਕਟ ਕੱਟ ਕੇ ਤੇ ਕਿਸੇ ਹੋਰ ਨੂੰ ਉਸੇ ਹਲਕੇ ਦੇ ਵਿੱਚ ਟਿਕਟ ਦਿੱਤੀ ਗਈ ਸੀ। ਕੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ? ਇਹ ਸਵਾਲ ਬਹੁਤ ਵੱਡੇ ਆ। ਪਰ ਸੁਖਬੀਰ ਬਾਦਲ ਦੇ ਵੱਲੋਂ ਸਖਤ ਸਟੈਂਡ ਲੈਣਾ, ਸਪਸ਼ਟ ਗੱਲ ਕਰਨੀ ਤੇ ਬੇਬਾਕੀ ਨਾਲ ਗੱਲ ਕਰਨੀ ਇਸ ਮੁੱਦੇ ਦੇ ਉੱਤੇ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਗੁਰਮੀਤ ਰਾਮ ਰਹੀਮ ਦੀ ਫਰਲੋ ਦੇ ਉੱਤੇ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ BJP ਦੇ ਉੱਤੇ ਵੱਡਾ ਇਲਜ਼ਾਮ ਹੈ। ਉਹਨਾਂ ਨੇ ਗੁਰਮੀਤ ਰਾਮ ਰਹੀਮ ਦੀ ਫਰਲੋ ਨੂੰ BJP ਦੀ ਚੋਣ ਚਾਲ ਦੱਸਿਆ। ਵਿਧਾਨ ਸਭਾ ਚੋਣਾਂ ਦੇ ਵਿੱਚ BJP ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਉਹਨਾਂ ਨੇ ਕਿਹਾ, ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਛੁੱਟੀ ਦੇ ਪਿੱਛੇ ਭਾਜਪਾ ਦਾ ਹੱਥ ਹੈ। ਸਥਾਨਕ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਔਲਖ ਦਾ ਅਕਾਲੀ ਦਲ ਦੇ ਵਿੱਚ ਸਵਾਗਤ ਕਰਨ ਦੇ ਲਈ ਆਯੋਜਿਤ ਸਮਾਗਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇੱਕ ਚੋਣ ਸਟੰਟ ਹੈ ਤੇ ਇਹ ਗੱਲਾਂ ਉਹਨਾਂ ਨੇ ਰੋਪੜ ਖੇਤਰ ਦੇ ਵੱਲ ਕਹੀਆਂ। ਬਾਦਲ ਨੇ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਦੇ ਵਿੱਚ ਲਾਹਾ ਲੈਣ ਦੇ ਲਈ ਸਾਰੇ ਹੱਥਕੰਡੇ ਵਰਤ ਰਹੀ ਹੈ। ਹਾਲਾਂਕਿ ਇਹ ਅਜਿਹੀਆਂ ਸਾਜ਼ਿਸ਼ਾਂ ਤੋਂ ਕੁਝ ਵੀ ਲਾਭ ਨਹੀਂ ਮਿਲਣਾ ਕਿਉਂਕਿ ਲੋਕ ਇਸ ਵੇਲੇ ਬਹੁਤ ਜਾਗਰੂਕ ਨੇ। ਦੂਜੇ ਪਾਸੇ ਵੀ ਦੱਸਣਾ ਬਣਦਾ ਹੈ ਕਿ ਇਨੈਲੋ ਦੇ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੀ ਫਰਲੋ ਨਾਲ ਭਾਜਪਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਹਾਲਾਂਕਿ ਇਸ ਦੇ ਨਾਲ ਹੀ ਅਭੈ ਚੌਟਾਲਾ ਨੇ ਇਹ ਵੀ ਗੱਲ ਕਹੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਜੋ ਫਰਲੋ ਮਿਲੀ ਹੈ ਇਹ ਨਿਯਮਾਂ ਦੇ ਮੁਤਾਬਕ ਹੀ ਮਿਲੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਫਰਲੋ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ। ਸੁਨੀਲ ਜਾਖੜ ਜਿਹੜੇ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੋਟਿੰਗ ਤੋਂ 13 ਦਿਨ ਪਹਿਲਾਂ
ਡੇਰਾ ਮੁਖੀ ਨੂੰ ਛੁੱਟੀ ਦੇਣ ਦੇ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ। ਜਦੋਂ ਪੰਜਾਬ ਸਰਕਾਰ ਨੇ 2012 ਦੀਆਂ ਵੋਟਾਂ ਤੋਂ ਸਿਰਫ 3 ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਪਹਿਰਾਵੇ ਵਰਗਾ ਵਸਤਰ ਪਹਿਨਣ ਦੇ ਮਾਮਲੇ 'ਚ ਉਸ ਵਿਰੁੱਧ ਦਾਇਰ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਦਾਇਰ ਕੀਤੀ ਸੀ ਤਾਂ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਸੀ ਕੀਤਾ ਗਿਆ। ਸੋ ਵੱਖ-ਵੱਖ ਨੇਤਾਵਾਂ ਦੇ ਇਸ ਮੁੱਦੇ ਦੇ ਉੱਤੇ ਵੱਖੋ-ਵੱਖਰੇ ਵਿਚਾਰ ਨੇ, ਪਰ ਪੰਜਾਬ ਦੇ ਲੋਕ ਜਿਹੜੇ ਕਿ ਸਿਆਸੀ ਮਸ ਰੱਖਦੇ ਨੇ ਉਹ ਗਿਣਤੀਆਂ ਮਿਣਤੀਆਂ ਦੇ ਚੱਕਰ ਦੇ ਵਿੱਚ ਪਏ ਨੇ ਕਿ ਗੁਰਮੀਤ ਰਾਮ ਰਹੀਮ ਦੇ ਫਰਲੋ ਤੇ ਬਾਹਰ ਆਉਣ ਦੇ ਨਾਲ ਕਿਹੜੀ ਪਾਰਟੀ ਨੂੰ ਵੱਧ ਸਿਆਸੀ ਲਾਹਾ ਮਿਲੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕੱਲ ਵੀ ਕਹੀ ਸੀ ਤੇ ਪਰਸੋਂ ਵੀ, ਕਿ ਡੇਰਿਆਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਬਹੁਤ ਸਿਖਰ ਦੇ ਉੱਤੇ ਸਰਗਰਮ ਹੈ। ਪੰਜਾਬ ਦੇ ਵਿੱਚ ਡੇਰੇ ਇੰਨੇ ਖੁੱਲ੍ਹੇ ਪਏ ਆ ਵੀ ਜਿੰਨੇ ਸਕੂਲ ਵੀ ਨਹੀਂ। ਪੰਜਾਬ ਦੇ ਵਿੱਚ ਇਸ ਵੇਲੇ ਡੇਰਿਆਂ ਦੀ ਗਿਣਤੀ ਇੰਨੀ ਆ ਜਿੰਨੇ ਪੰਜਾਬ 'ਚ ਹਸਪਤਾਲ ਤੇ ਡਿਸਪੈਂਸਰੀਆਂ ਸਰਕਾਰੀ ਨਹੀਂ। ਪਰ ਇਹ ਡੇਰੇ ਆ ਜਿਹੜੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਿਵੇਂ ਕਰਕੇ ਬੈਠੇ ਆ, ਇਸ ਗੱਲ ਦੀ ਪੜਤਾਲ ਕਰਨੀ ਬੜੀ ਜ਼ਰੂਰੀ ਹੈ। ਗੁਰਮੀਤ ਰਾਮ ਰਹੀਮ ਦੇ ਬਾਹਰ ਆਉਣ ਦੇ ਨਾਲ ਇੱਕ ਸਿਆਸੀ ਪਾਰਟੀ ਨੂੰ ਫਾਇਦਾ ਹੋਣਾ ਹੀ ਹੋਣਾ, ਉਹ ਮੰਨਿਆ ਜਾ ਰਿਹਾ ਕਿ ਭਾਜਪਾ ਹੀ ਆ। ਪਰ ਇਸ ਵੇਲੇ ਆਪਾਂ ਜਾਣਦੇ ਹਾਂ ਕਿ ਯਾਨੀ ਕਿ ਅੱਜ ਪਹਿਲੇ ਦੌਰ ਦੀਆਂ ਕੁਝ ਕੁ ਥਾਵਾਂ ਦੇ ਉੱਤੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣਾ ਤੇ ਪੰਜਾਬ ਦੇ ਵਿੱਚ ਅੱਜ ਸਿਰਫ 9-10 ਦਿਨ ਬਾਕੀ ਹੈ ਚੋਣਾਂ ਦੇ ਵਿੱਚ। ਸੋ ਪੰਜਾਬ ਦੇ ਵਿੱਚ ਐਤਕੀ ਬੀਜੇਪੀ ਮਾਲਵਾ ਖੇਤਰ ਦੇ ਵਿੱਚ ਕਿੰਨੀ ਕੁ ਬਾਜ਼ੀ ਮਾਰੂ ਇਸ ਫਰਲੋ ਤੋਂ ਬਾਅਦ, ਇਹਦੇ ਵੱਲ ਨਿਗਾਹ ਟਿੱਕੀ ਰਹਿਣੀ ਆ। ਚੇਤੇ ਰੱਖਿਓ, ਸੁਰਜੀਤ ਕੁਮਾਰ ਜੈਣੀ ਹੋਰਾਂ ਨੇ ਵੀ ਗੱਲ ਕਹੀ ਸੀ ਕਿ ਮੈਂ ਡੇਰੇ ਜਾਂਦਾ ਹਾਂ, ਜਾਂਦਾ ਸਾਂ, ਸੰਤ ਲੋਕ ਨੇ ਉਹ, ਧੱਕਾ ਹੋਇਆ, ਕਾਨੂੰਨ ਦੇ ਮੁਤਾਬਕ ਗੱਲ ਨਹੀਂ ਹੋਈ ਸਹੀ ਤੇ ਸਾਰੇ ਪ੍ਰੇਮੀ ਨਾਲ ਆ। ਸੋ ਇਹਨਾਂ ਗੱਲਾਂ ਤੋਂ ਬਾਅਦ ਆਸ ਵੱਜ ਗਈ ਸੀ ਕਿ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਮਿਲ ਜੇ, ਤੇ ਫਰਲੋ ਮਿਲ ਗਈ। ਸਮਾਂ ਬਿਆਨ ਕਰੂਗਾ ਬਣਦਾ ਇਸ ਮਾਮਲੇ ਦੇ ਵਿੱਚ ਅਗਲੇਰੇ ਤੌਰ ਦੇ ਉੱਤੇ ਕੀ ਹੈ। ਪੰਜਾਬ ਦੇ ਵਿੱਚ ਜਦੋਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਤੇ ਹਰ ਰੋਜ਼ ਡੰਡਾ ਖੜਕਦਾ, ਹਰ ਰੋਜ਼ ਇੱਟਾਂ ਵੱਟੇ ਚੱਲਦੇ ਆ, ਹਰ ਰੋਜ਼ ਬੋਤਲਾਂ ਵੀ ਚੱਲਦੀਆਂ, ਭੰਨ ਕੇ ਵੀ ਤੇ ਪੈਗ ਦੇ ਰੂਪ ਦੇ ਵਿੱਚ ਵੀ। ਦੁੱਖ ਦੀ ਗੱਲ ਦੋਵਾਂ ਪਾਸੇ ਹੀ ਆ, ਭਾਵੇਂ ਭੰਨ ਕੇ ਹਮਲਾ ਕਰਨ ਦੇ ਲਈ ਹੋਵੇ ਤੇ ਭਾਵੇਂ ਪੈਗ ਬਣਾ ਕੇ ਡਕਾਰਨ ਤੱਕ ਦੀ ਗੱਲ ਹੋਵੇ। ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਮਾੜਾ ਲੱਗਦਾ, ਚੰਗਾ ਨਹੀਂ ਲੱਗਦਾ, ਕਿਉਂਕਿ ਪੰਜਾਬ ਇਹਨਾਂ ਗੱਲਾਂ ਦਾ ਹੀ ਪੱਟਿਆ ਪਿਆ ਤੇ ਪੰਜਾਬ ਨੂੰ ਹੋਰ ਪੱਟਣ ਦੀਆਂ ਤਿਆਰੀਆਂ ਕਈ ਲੋਕ ਕਰੀ ਬੈਠੇ ਆ। ਮੈਨੂੰ ਬਹੁਤ ਸਾਰੇ ਲੋਕ ਫੋਨ ਕਰਕੇ ਇਹ ਗੱਲ ਕਹਿੰਦੇ ਆ ਵੀ ਐਤਕੀ ਫਲਾਣਾ ਕਿਵੇਂ ਜਿੱਤ ਜੂ। ਮੈਂ ਕਹਿੰਦਾ ਜੀ ਤੁਸੀਂ ਜਿਤਾਉਣੇ ਆ, ਮੈਂ ਜਲੰਧਰ ਬੈਠੇ ਨੇ ਥੋੜ੍ਹੀ ਜਿਤਾਉਣਾ। ਤੁਸੀਂ ਨਾ ਜਿਤਾਓ, ਜੇਕਰ ਤੁਹਾਨੂੰ ਇਹ ਲੱਗਦਾ ਕਿ ਭਾਈ ਉਹ ਬੰਦਾ ਗਲਤ ਹੈ, ਆਪਾਂ ਉਹਦੇ ਹੀ ਘਰ ਦੇ ਵਿੱਚ ਜਾ ਕੇ ਜੇਕਰ ਦਾਰੂ ਪੀਵਾਂਗੇ, ਉਹਨੂੰ ਹੀ ਮਾੜਾ ਕਵਾਂਗੇ, ਤਾਂ ਫਿਰ ਸਾਡੇ ਆਪਣੇ ਕਿਰਦਾਰ ਕਿੱਥੇ ਆ। ਆਪਾਂ ਵੀ ਆਪਦੇ ਕਿਰਦਾਰ ਨੂੰ ਮਾੜਾ ਮੋਟਾ ਸੱਚਾ ਸੁੱਚਾ ਰੱਖੀਏ, ਆਪਾਂ ਵੀ ਜ਼ਿੰਦਗੀ 'ਚ ਕਦੇ ਕੋਈ ਸਟੈਂਡ ਕਰੀਏ। ਆਪਾਂ ਸਿਰਫ ਥਾਲੀ 'ਚ ਪਏ ਪਾਣੀ ਵਰਗੇ ਥੋੜ੍ਹੀ ਆ ਵੀ ਜੇਕਰ 4 ਬੰਦਿਆਂ ਨੇ ਕਿਹਾ ਜੀ ਕਿ ਫਲਾਣਾ ਬਹੁਤ ਵਧੀਆ, ਆਪਾਂ ਕਰੀਏ ਵਧੀਆ। 4 ਬੰਦੇ ਕਹਿਣ ਫਲਾਣਾ ਮਾੜਾ ਬਹੁਤ ਆ, ਇੱਧਰਲਾ ਆਪਾਂ ਹਾਂ ਹਾਂ ਹੈਗਾ ਤਾਂ ਮਾੜਾ ਹੀ ਆ। ਕੋਈ ਮਾੜਾ ਮੋਟਾ ਕੋਈ ਸਿਧਾਂਤਕ ਤੌਰ ਦੇ ਉੱਤੇ ਪੱਕੇ ਵੀ ਤਾਂ ਹੋਈਏ। ਆਪਾਂ ਨੂੰ ਕੋਈ ਰਿਮੋਟ ਦੇ ਨਾਲ ਕਿਹੜੀ ਗੱਲੋਂ ਵਰਤਦਾ, ਆਪਾਂ ਗਲਤ ਹੈ ਇਸ ਥਾਂ ਦੇ ਉੱਤੇ। ਪਰ ਜਿਹੜੀ ਅਗਲੀ ਜਾਣਕਾਰੀ ਆ ਉਹ ਇਹ ਹੈ ਕਿ ਰਾਜਨੀਤਿਕ ਲੋਕਾਂ ਦੇ ਵੱਲੋਂ ਛੜੱਪੇ ਮਾਰਨ ਦਾ ਸਿਲਸਿਲਾ ਜਾਰੀ ਹੈ। ਜਸਵੀਰ ਸਿੰਘ ਡਿੰਪਾ ਚਾਹੁੰਦੇ ਸੀ ਕਿ ਮੇਰੇ ਪੁੱਤਰ ਨੂੰ ਟਿਕਟ ਮਿਲੇ, ਪਰ ਮਿਲੀ ਨਹੀਂ, ਰਮਨਜੀਤ ਸਿੱਕੀ ਨੂੰ ਮਿਲ ਗਈ। ਪਰਿਵਾਰ ਸਾਰਾ ਇਸ ਗੱਲ ਦੇ ਉੱਤੇ ਨਾਰਾਜ਼ ਹੈ। ਪਰ ਪਤਾ ਲੱਗਾ ਜੀ ਕਿ ਡਿੰਪਾ ਹੋਰਾਂ ਦੇ ਭਰਾ ਰਾਜਨ ਗਿੱਲ ਦੇ ਵੱਲੋਂ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਗਿਆ। ਇਹ ਜੁਆਇਨਿੰਗ ਕਈ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਅਸਰ ਪਾਉਣ ਵਾਲੀ ਗੱਲ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੈਂਦੀ ਸੱਟੇ ਰਾਜਨ ਗਿੱਲ ਨੂੰ ਜਨਰਲ ਸਕੱਤਰ ਵੀ ਅਕਾਲੀ ਦਲ ਦਾ ਬਣਾਤਾ। ਹੁਣ ਇਸ ਮਾਮਲੇ ਦੇ ਉੱਤੇ ਕਈ ਲੋਕ ਕਈ ਕੁਝ ਕਹਿੰਦੇ ਆ, ਪਰ ਗੱਲ ਇਹ ਆ ਵੀ ਐਤਕੀ ਕਾਂਗਰਸ ਹਾਈ ਕਮਾਨ ਦੇ ਵੱਲੋਂ ਕਈਆਂ ਨੂੰ ਤਾਂ ਗੱਫੇ ਦਿੱਤੇ ਗਏ ਆ, ਕਈਆਂ ਨੂੰ ਧੱਫੇ ਦਿੱਤੇ ਗਏ ਆ। ਜੇਕਰ ਡਾਕਟਰ ਅਮਰ ਸਿੰਘ ਸੰਸਦ ਮੈਂਬਰ ਅਤੇ ਉਹਨਾਂ ਦੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਵਿਧਾਨ ਸਭਾ ਦੀ ਟਿਕਟ ਮਿਲ ਸਕਦੀ ਹੈ, ਤਾਂ ਡਿੰਪਾ ਹੋਰਾਂ ਦੇ ਮਨ ਦੇ ਵਿੱਚ ਵੀ ਇਤਰਾਜ਼ ਹੋਣਾ ਕੁਦਰਤੀ ਹੈ ਵੀ ਭਾਈ ਮੈਂ ਸੰਸਦ ਮੈਂਬਰ ਹਾਂ, ਮੇਰੇ ਮੁੰਡੇ ਨੂੰ ਕਿਹੜੀ ਗੱਲੋਂ ਟਿਕਟ ਨਹੀਂ ਮਿਲਦੀ। ਜੇ ਅੱਜ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਇੱਕ ਟੱਬਰ ਇੱਕ ਟਿਕਟ, ਤਾਂ ਫਿਰ ਬੀਬੀ ਰਜਿੰਦਰ ਕੌਰ ਭੱਠਲ ਨੂੰ ਵਿਧਾਨ ਸਭਾ ਦੀ ਟਿਕਟ ਲਹਿਰੇ ਗਾਗੇ ਤੋਂ ਮਿਲਦੀ ਹੈ, ਜਵਾਈ ਰਾਜੇ ਨੂੰ ਸਾਹਨੇਵਾਲ ਤੋਂ ਮਿਲਦੀ ਹੈ, ਤੇ ਇੱਥੇ ਇੱਕ ਸਿਧਾਂਤ ਕਿਉਂ ਨਹੀਂ। ਜੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਗੱਲ ਲਾਗੂ ਹੁੰਦੀ ਹੈ ਤਾਂ ਫਿਰ ਬਾਕੀ ਕਈ ਲੋਕਾਂ ਦੇ ਉੱਤੇ ਕਿਉਂ ਨਹੀਂ ਲਾਗੂ ਹੁੰਦੀ। ਸੋ ਇਹ ਬਹੁਤ ਸਾਰੇ ਨੁਕਤੇ ਤੇ ਬਹੁਤ ਸਾਰੇ ਮੁੱਦੇ ਜਿਹੜੇ ਕਿ ਐਤਕੀ ਕਾਂਗਰਸ ਹਾਈ ਕਮਾਨ ਨੇ ਵਿਚਾਰੇ ਨਹੀਂ, ਤੇ ਇਹਦਾ ਖਮਿਆਜ਼ਾ ਭੁਗਤਣਾ ਪੈਣਾ। ਹੁਣ ਸੱਟਾ ਬਾਜ਼ਾਰ ਬਹੁਤ ਕੁਝ ਕਹਿੰਦਾ, ਹਾਲਾਂਕਿ ਮੈਂ ਸੱਟੇ ਦੇ ਪੱਖ ਦੇ ਵਿੱਚ ਨਹੀਂ, ਇੱਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਪਰ ਸੱਟਾ ਬਾਜ਼ਾਰ ਨੇ ਤਾਂ ਇਹ ਦੇਖਣਾ ਵੀ ਭਾਈ ਕਿਹਦੀ ਉਤਰਾਈ ਹੈ ਤੇ ਕਿਹਦੀ ਚੜ੍ਹਾਈ ਹੈ। ਇਸ ਵੇਲੇ ਸੱਟਾ ਬਾਜ਼ਾਰ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣਨੀ। ਹੰਗ ਅਸੈਂਬਲੀ ਦੇ ਪੂਰੇ ਅਸਾਰ ਆ। ਆਮ ਆਦਮੀ ਪਾਰਟੀ ਐਤਕੀ ਚੰਗੀਆਂ ਸੀਟਾਂ ਮਾਲਵੇ ਦੇ ਵਿੱਚੋਂ ਲਿਜਾ ਰਹੀ ਹੈ, ਪਰ ਸਰਕਾਰ ਬਣਾਉਣ ਦੇ ਨੇੜੇ ਨਹੀਂ ਢੁੱਕ ਰਹੀ। ਹਾਲ ਦੀ ਘੜੀ ਇਹੋ ਜਿਹੀਆਂ ਕਨਸੋਆਂ ਮਿਲ ਰਹੀਆਂ। ਜੇਕਰ ਹੰਗ ਅਸੈਂਬਲੀ ਹੁੰਦੀ ਆ, ਅਕਾਲੀ ਦਲ ਅੱਗੇ ਨਾਲੋਂ ਮਜ਼ਬੂਤ ਆ, ਇਹ ਵੀ ਜਾਣਕਾਰੀ ਮਿਲੀ ਆ। ਪਰ ਕਾਂਗਰਸ ਵੀ ਐਤਕੀ ਫਿਰ ਰਿਪੀਟ ਕਰਨ ਦੇ ਥਾਂ ਦੇ ਉੱਤੇ ਨਹੀਂ ਖੜੀ, ਐਤਕੀ ਫਿਰ ਸਰਕਾਰ ਦੁਹਰਾਈ ਨਹੀਂ ਜਾਊਗੀ, ਇਹੋ ਜਿਹੇ ਅੰਦਾਜ਼ੇ ਲੱਗੇ ਆ। ਸ਼ਰਤਾਂ ਲਾਉਣ ਵਾਲੇ ਸੱਟੇ ਦੇ ਜਿਹੜੇ ਨਾਲ ਸਰਗਰਮ ਆ, ਜਿਹੜੇ ਲੋਕ ਰਾਜਨੀਤਿਕ ਮਾਹਰ ਆ, ਜਿਹੜੇ ਕਿ ਗੁਣਾ ਘਟਾਓ ਕਰਦੇ ਵੀ ਭਾਈ ਕਿਹਨੂੰ ਕਿੰਨੀਆਂ ਸੀਟਾਂ ਮਿਲ ਜਾਣੀਆਂ, ਕਿਹਨੂੰ ਕਿੰਨੀਆਂ, ਉਹ ਇਹ ਗੱਲ ਕਹਿੰਦੇ ਵੀ ਭਾਈ ਐਤਕੀ ਸਰਕਾਰ ਸ਼ਾਇਦ ਕਿਸੇ ਦੀ ਨਾ ਬਣੇ। ਤੇ ਬੀਜੇਪੀ ਨੂੰ ਜੇਕਰ ਅਸੀਂ ਬਿਲਕੁਲ ਇਸ ਵਕਤ ਸਮਝਦੇ ਵੀ ਨਹੀਂ ਇਹਦੇ ਪੱਲੇ ਕੁਛ ਨਹੀਂ, ਇਹ ਵੀ ਗਲਤ ਗੱਲ ਹੈ।
ਬੀਜੇਪੀ ਨੂੰ ਜਿਹੜੇ ਇਸ ਵਕਤ ਰਾਜਨੀਤਿਕ ਮਾਹਰ ਹੈ ਉਹ 10 ਤੋਂ ਵੱਧ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਉਹਨਾਂ ਦੀ ਨਜ਼ਰ ਦੇ ਵਿੱਚ, ਮੇਰੀ ਨਜ਼ਰ 'ਚ ਨਹੀਂ। ਉਹ ਕਹਿੰਦੇ ਵੀ 10 ਤੋਂ ਵੱਧ ਸੀਟਾਂ ਇਹਨਾਂ ਨੂੰ ਮਿਲ ਸਕਦੀਆਂ ਇਸ ਤੀਰੇ ਗੱਠਜੋੜ ਨੂੰ। ਤੇ ਅਗਲੀ ਗੱਲ ਹੈਗੀ ਕਿਸਾਨ ਆਗੂਆਂ ਦੀ। ਜੇਕਰ 2 ਤੋਂ ਲੈ ਕੇ 4 ਕਿਸਾਨ ਜਾਂ 3 ਕਿਸਾਨ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ 'ਚ ਕਾਮਯਾਬ ਹੋ ਜਾਣ, ਮੈਂ ਸੋਚੂਗਾ ਕਿ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਟੱਕਰ ਬਹੁਤ ਤਿੱਖੀ ਹੈ ਤੇ ਲੇਟ ਲਤੀਫੀ ਦੇ ਨਾਲ ਰਾਜਨੀਤੀ ਵਿੱਚ ਆਏ ਆ ਤੇ ਏਕੇ ਦੀ ਬੇਹੱਦ ਘਾਟ ਹੈ ਤੇ ਵਸੀਲਿਆਂ ਦੀ ਵੀ। ਬਾਕੀ ਸਮਾਂ ਬਿਆਨ ਕਰੂ। ਹਰ ਰੋਜ਼ ਬਹੁਤ ਸਾਰੇ ਸਮੀਕਰਨ ਬਦਲਦੇ ਆ। ਕਈ ਹਲਕਿਆਂ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਚੋਣ ਸਰਗਰਮੀਆਂ ਹੋਰ ਸੀ, ਅੱਜ ਉੱਥੇ ਸਥਿਤੀ ਕੁਝ ਹੋਰ ਹੈ। ਬਾਕੀ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਹੋਊਗੀ। ਜੋ ਵੀ ਜਾਣਕਾਰੀ ਮਿਲੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਹੁਣ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।